ਅੱਜ ਪੰਜਾਬ ਦੇ ਵਿੱਚ ਚੋਣ ਬਿਗਲ ਫੂਕਣਗੇ ਪੀਐਮ ਮੋਦੀ। ਫਿਰੋਜ਼ਪੁਰ ਦੇ ਵਿੱਚ ਮੈਗਾ ਰੈਲੀ ਤੋਂ ਕਰਨਗੇ ਸ਼ੰਖਨਾਦ। ਕਰੀਬ 43,000 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦੀ ਕਰਨਗੇ ਸ਼ੁਰੂਆਤ। ਪੀਐਮ ਦੀ ਰੈਲੀ ਕਰਕੇ ਚੌੜੀ ਦੇ ਵਿੱਚ ਤਬਦੀਲ ਹੋਇਆ ਫਿਰੋਜ਼ਪੁਰ। 10,000 ਤੋਂ ਜ਼ਿਆਦਾ ਸੁਰੱਖਿਆ ਕਰਮੀ ਤੈਨਾਤ। ਡਰੋਨ ਦੇ ਨਾਲ ਵੀ ਰੱਖੀ ਜਾਵੇਗੀ ਨਜ਼ਰ। ਪੀਐਮ ਮੋਦੀ ਦੇ ਪੰਜਾਬ ਦੌਰੇ ਦੇ ਵਿਰੋਧ ਦੇ ਵਿੱਚ ਉਤਰੀਆਂ ਕਈ ਕਿਸਾਨ ਜਥੇਬੰਦੀਆਂ। ਫਿਰੋਜ਼ਪੁਰ ਨੂੰ ਜਾਂਦੀਆਂ ਕਈ ਸੜਕਾਂ ਤੇ ਬੈਠੇ ਕਿਸਾਨ। ਪ੍ਰਸ਼ਾਸਨ ਦੇ ਦੁਆਰਾ ਬਣਾਈ ਗਈ ਓਪਨ ਜੇਲ। ਪੀਐਮ ਦੀ ਪੰਜਾਬ ਫੇਰੀ ਤੋਂ ਪਹਿਲਾਂ ਸੀਐਮ ਚੰਨੀ ਨੇ ਚੁੱਕਿਆ ਕਿਸਾਨ ਕਰਜ਼ ਮਾਫੀ ਦਾ ਮੁੱਦਾ। ਸਾਂਝੇ ਤੌਰ ਤੇ ਕਰਜ਼ ਮਾਫੀ ਕਰਨ ਦੀ ਅਪੀਲ। ਤਾਂ ਕਾਂਗਰਸ ਸਾਂਸਦ ਮਨੀਸ਼ ਤਿਵਾੜੀ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਭਾਰਤ ਰਤਨ ਦੇਣ ਦੀ ਕੀਤੀ ਮੰਗ। ਮੁਲਾਜ਼ਮਾਂ ਦੀ ਫਾਈਲ ਨੂੰ ਲੈ ਕੇ ਸਰਕਾਰ ਤੇ ਰਾਜਪਾਲ ਦੇ ਵਿਚਾਲੇ ਤਕਰਾਰ ਬਰਕਰਾਰ। ਸੀਐਮ ਬੋਲੇ ਗਵਰਨਰ ਦੇ ਇਤਰਾਜ਼ ਦੂਰ ਕਰਕੇ ਦੁਬਾਰਾ ਭੇਜੀ ਜਾਵੇਗੀ ਫਾਈਲ। ਦੁਬਾਰਾ ਭੇਜੀ ਫਾਈਲ। ਜੇ ਕੱਲ ਤੱਕ ਕਲੀਅਰ ਨਹੀਂ ਹੋਇਆ ਮਸਲਾ ਤਾਂ ਰਾਜ ਭਵਨ ਦੇ ਬਾਹਰ ਧਰਨਾ ਦੇਵੇਗੀ ਸਰਕਾਰ। ਆਸ਼ੂ ਰੰਧਾਵਾ ਦੀ ਕਲਚਰ ਵਾਲੀ ਨਸੀਹਤ ਤੇ ਬਰੇ ਨਵਜੋਤ ਤੋਂ ਨਿਊਜ਼ 18 ਤੇ ਬੋਲੇ ਕੈਪਟਨ ਕਰਨ ਵਾਲੇ ਮੈਨੂੰ ਨਾ ਸਿਖਾਉਣ। ਮੇਰੇ ਖੂਨ ਦੇ ਵਿੱਚ ਕਾਂਗਰਸ। ਰੰਧਾਵਾ ਨੂੰ ਪੁੱਛੋ ਕਿਉਂ ਨਹੀਂ ਖੋਲ ਪਾਏ ਐਸਟੀਐਫ ਦੀ ਰਿਪੋਰਟ। ਸੰਸਦਾਂ ਨੂੰ ਵੀ ਚੋਣ ਮੈਦਾਨ ਦੇ ਵਿੱਚ ਉਤਾਰ ਸਕਦੀ ਹੈ ਕਾਂਗਰਸ। ਸਕਰੀਨਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਹਰੀਸ਼ ਚੌਧਰੀ ਬੋਲੇ ਐਮਪੀਜ਼ ਨੂੰ ਲੈ ਕੇ ਵੀ ਹੋ ਰਹੀ ਹੈ ਵਿਚਾਰ ਚਰਚਾ। ਅੱਜ ਵੀ ਟਿਕਟਾਂ ਤੇ ਹੋਵੇਗਾ ਮੰਥਨ। ਕਾਲਜ ਸਟੂਡੈਂਟਸ ਨੂੰ ਲੈ 2,000 ਰੁਪਏ ਇੰਟਰਨੈਟ ਅਲਾਉਂਸ ਦੇਵੇਗੀ ਚੰਨੀ ਸਰਕਾਰ। ਅਗਲੇ 1-2 ਦਿਨਾਂ ਦੇ ਵਿੱਚ 8.5 ਲੱਖ ਵਿਦਿਆਰਥੀਆਂ ਦੇ ਖਾਤਿਆਂ ਦੇ ਵਿੱਚ ਰਕਮ ਟ੍ਰਾਂਸਫਰ ਕਰਨ ਦਾ ਦਾਅਵਾ। ਅੱਜ ਰਾਤ 8 ਵਜੇ ਫਿਰ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ। ਬਰਾਕ ਕੇਸ ਦੇ ਵਿੱਚ ਫਸੇ ਬਿਕਰਮ ਮਜੀਠੀਆ ਦੀ ਅਗਾਊਂ ਜ਼ਮਾਨਤ ਤੇ ਆ ਜਾ ਸਕਦਾ ਹੈ ਫੈਸਲਾ। ਸਵੇਰੇ 10 ਵਜੇ ਹਾਈ ਕੋਰਟ ਦੇ ਵਿੱਚ ਹੋਵੇਗੀ ਅਹਿਮ ਸੁਣਵਾਈ। ਸਰਕਾਰ ਵੱਲੋਂ ਚਿਦੰਬਰਮ ਤੇ ਮਜੀਠੀਆ ਦੇ ਵੱਲੋਂ ਸੀਨੀਅਰ ਵਕੀਲ ਮੁਕੁਲ ਰੋਹਤਗੀ ਕਰਨਗੇ ਬਹਿਸ। ਦੇਸ਼ ਦੇ ਵਿੱਚ ਕੋਰੋਨਾ ਦੀ ਤੇਜ਼ ਹੋਈ ਰਫ਼ਤਾਰ। 24 ਘੰਟਿਆਂ ਦੇ ਵਿੱਚ ਕਰੀਬ 58,000 ਕੇਸ। 500 ਤੋਂ ਵੱਧ ਲੋਕਾਂ ਦੀ ਮੌਤ। ਪੰਜਾਬ ਦੇ ਵਿੱਚ ਵੀ ਵਿਗੜੇ ਹਾਲਾਤ। 24 ਘੰਟਿਆਂ 'ਚ 1,000 ਤੋਂ ਵੱਧ ਕੇਸ ਆਏ ਸਾਹਮਣੇ। ਬ੍ਰਿਟਿਸ਼ ਮੂਲ ਦੀ ਸਿੱਖ ਸੈਨਾ ਅਫਸਰ ਪ੍ਰੀਤ ਚੰਡੀ ਨੇ ਰਚਿਆ ਇਤਿਹਾਸ। ਦੱਖਣੀ ਧਰੁਵ ਦਾ ਸਫ਼ਰ ਤੈਅ ਕਰਨ ਵਾਲੀ ਪਹਿਲੀ ਗੈਰ ਸ਼ਵੇਤ ਮਹਿਲਾ ਦਾ ਲਿਆ ਖਿਤਾਬ। ਸਤਿ ਸ਼੍ਰੀ ਅਕਾਲ। ਇਸ ਸਮੇਂ ਦੇ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ ਤੇ ਪੀਐਮ ਦਾ ਮਿਸ਼ਨ ਪੰਜਾਬ ਯਾਨੀ ਕਿ 2022 ਨੂੰ ਲੈ ਕੇ ਕਿਸ ਤਰ੍ਹਾਂ ਦੇ ਨਾਲ ਅੱਜ ਚੋਣ ਬਿਗਲ ਫੂਕਿਆ ਜਾਵੇਗਾ ਔਰ ਵੇਖਿਆ ਜਾਵੇਗਾ ਖਾਸ ਤੌਰ ਤੇ ਕਿ ਕਿਸ ਤਰ੍ਹਾਂ ਦੇ ਨਾਲ ਚੋਣਾਵੀ ਮੈਦਾਨ ਦੇ ਵਿੱਚ ਅੱਜ ਹੁੰਕਾਰ ਭਰਨਗੇ ਪੀਐਮ ਨਰਿੰਦਰ ਮੋਦੀ। ਤੇ ਅੱਜ ਪੰਜਾਬ ਦੌਰੇ ਤੇ ਪੀਐਮ ਨਰਿੰਦਰ ਮੋਦੀ ਨੇ ਤੇ ਫਿਰੋਜ਼ਪੁਰ ਦੇ ਵਿੱਚ ਪੀਐਮ ਦੀ ਰੈਲੀ ਹੋਵੇਗੀ ਔਰ ਰੈਲੀ ਤੋਂ ਪਹਿਲਾਂ ਕਈ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਦੱਸ ਦਈਏ ਕਿ करीब 43,000 करोड़ के प्रोजेक्टां दी शुरुआत की जाएगी। और बड़ी खबर तुहानूं विखा पा रहे किस तरह दे नाल अज फिरोजपुर दे विच इतिहासिक रैली का दावा बीजेपी करती हुई नजर आ रही है। रैली तो चुनावी बुगल फूकणगे नरेंद्र मोदी। पीएम नरेंद्र मोदी तो वालों जिहड़ा चुनावी बुगल फूकिया जाएगा और खास तौर पर फिरोजपुर दे विच अज वड्डा इकट्ठ होने की कुल मिला के तस्वीर जिहड़ी है नजर आने वाली है और उत्थे पूरे पुख्ता प्रबंध किए जा चुके हैं। 30 एकड़ दे विच दस दईए कि वह पंडाल जिहड़ा वो सजाया गया। 30 एकड़ दे विच पंडाल सजाया गया। बठिंडा तो फिरोजपुर दे लई रवाना होणगे पीएम नरेंद्र मोदी और फिरोजपुर दे विच हुसैनी वाला शहीदी स्मारक ते भी जाया जाएगा पीएम नरेंद्र मोदी दे वल्लों। दस दईए कि कैप्टन अमरिंदर सिंह भी उन्हां दे नाल अज नजर आ सकते हैं। कैप्टन अमरिंदर सिंह ਜਿਹੜੇ ਨੇ ਉਹ ਵੀ ਪਹੁੰਚ ਸਕਦੇ ਨੇ ਔਰ ਇਸ ਤੋਂ ਇਲਾਵਾ ਅਸ਼ਮਨੀ ਸ਼ਰਮਾ ਜੋ ਪੰਜਾਬ ਬੀਜੇਪੀ ਪ੍ਰਧਾਨ ਨੇ ਤੇ ਨਾਲ ਹੀ ਰਾਣਾ ਸੋਢੀ ਇਸ ਤੋਂ ਪਹਿਲਾਂ ਸਟੇਜ ਤੇ ਵੀ ਜਿਹੜਾ ਉਹ ਜਾਇਜ਼ਾ ਲੈਣ ਪਹੁੰਚੇ ਸੀ ਜਿਸ ਦੀਆਂ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਵਿਖਾ ਪਾ ਰਹੇ ਹਾਂ ਕਿਸ ਤਰ੍ਹਾਂ ਦੇ ਨਾਲ ਅੱਜ ਪੁਖਤਾ ਪ੍ਰਬੰਧ ਜਿਹੜੇ ਨੇ ਉਹ ਕੀਤੇ ਗਏ ਨੇ। ਖਾਸ ਤੌਰ ਤੇ ਜੇਕਰ ਇੱਥੋਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਤਸਵੀਰ ਇੱਕ ਬੀਜੇਪੀ ਦੇ ਲਈ ਬੂਸਟ ਦੇਣ ਵਾਲੀ ਹੋਏਗੀ ਔਰ ਸੁਭਾਵਿਕ ਤੌਰ ਤੇ ਵੇਖਿਆ ਜਾ ਰਿਹਾ ਹੈ ਕਿ ਬੀਜੇਪੀ ਵਰਕਰਾਂ ਦੇ ਵਿੱਚ ਉਸ ਵੇਲੇ ਤੋਂ ਹੀ ਜੋਸ਼ ਭਰਨਾ ਸ਼ੁਰੂ ਹੋ ਗਿਆ ਸੀ ਜਿਸ ਵੇਲੇ ਤੋਂ ਖੇਤੀ ਕਾਨੂੰਨ ਰੱਦ ਕੀਤੇ ਗਏ ਸਨ ਸਰਕਾਰ ਦੇ ਵੱਲੋਂ ਕਿਉਂਕਿ ਇੱਕ ਵੱਡਾ ਦਬਾਅ ਸੀ। ਇੱਕ ਵੱਡਾ ਦਬਾਅ ਬੀਜੇਪੀ ਤੇ ਸੀ ਕਿ ਆਖਰਕਾਰ ਕਿਸ ਤਰ੍ਹਾਂ ਦੇ ਨਾਲ ਅੱਗੇ ਉਹਨਾਂ ਦੇ ਵੱਲੋਂ ਚੁਣਾਵੀ ਮੈਦਾਨ 'ਚ ਉਤਰਿਆ ਜਾਵੇਗਾ 2022 'ਚ ਕਿਉਂਕਿ ਲਗਾਤਾਰ 117 ਸੀਟਾਂ ਤੇ ਉਤਰਨ ਦਾ ਦਾਅਵਾ ਪਾਰਟੀ ਕਰ ਰਹੀ ਸੀ। ਪਰ ਕੁੱਲ ਮਿਲਾ ਕੇ ਜਦੋਂ ਇਹ ਬਿਆਨ ਆਉਂਦਾ ਸੀ ਤਾਂ ਵਿਰੋਧੀ ਜਿਹੜੇ ਨੇ ਬਾਕੀ ਪਾਰਟੀਆਂ ਜਿਹੜੀਆਂ ਨੇ ਉਹ ਹਾਸੇ ਦੇ ਵਿੱਚ ਇਸ ਬਿਆਨ ਨੂੰ ਲੈਂਦੀਆਂ ਸਨ ਕਿਉਂਕਿ ਇਹ ਕਿਹਾ ਜਾਂਦਾ ਸੀ ਕਿ ਪਿੰਡਾਂ ਦੇ ਵਿੱਚ ਤਾਂ ਵੜਾ ਨਹੀਂ ਦਿੱਤਾ ਜਾਂਦਾ ਤਾਂ ਕਿੱਥੋਂ ਉਹਨਾਂ ਦੇ ਵੱਲੋਂ 2022 ਦੀ ਚੋਣ ਲੜੀ ਜਾਵੇਗੀ। ਸੋ ਇਸ ਕਰਕੇ
सवाल वड्डे सन ते अज दी तस्वीर विलखण। तो आखिरकार फिरोजपुर दे विच किस तरह की तस्वीर होने वाली है, एक बार देखते हैं ग्राफिक के जरिए। फिरोजपुर दे विच पीएम नरेंद्र मोदी दे वल्लों आया जाएगा करीब 43,000 करोड़ के प्रोजेक्टां की जिहड़ी है शुरुआत की जानी है। पहली बार रैली दे विच पीएम मोदी दे नाल कैप्टन अमरिंदर सिंह जिहड़े ने नजर आएंगे, क्योंकि कैप्टन अमरिंदर सिंह साहब तां मुख मंत्री तां सा नहीं पर कांग्रेस का वड्डा चेहरा सी। सो पंजाब दे विच भाजपा के चोण प्रचार की रस्मी तौर पर शुरुआत जिहड़ी है वो होने वाली है। मालवा बेल्ट दे विच भाजपा नूं हुलारा देने की कोशिश की जाएगी कि किस तरह दे नाल मुड़ तो बीजेपी उठ सके, क्योंकि खेती कानूनों की वापसी तो बाद पीएम की पहली पंजाब फेरी हैगी और इस ते सब दी नजर जिहड़ी है वो वाकई टिकी हुई है। और 30 एकड़ दे विच पंडाल पूरा सजिया होया एक शक्ति प्रदर्शन इसनूं मन्निया जा सकता है। शक्ति प्रदर्शन करने की जिहड़ी कोशिश की जा रही है। सो 10,000 सुरक्षा कर्मी जिहड़े ने वो तैनात किए गए ने ते अज खास तौर पर जेकर गल की जाए तो रैली नूं लैके पूरीआं तैयारियां जिहड़ियां ने वो कीतियां जा चुकियां ने, जिसदियां लगातार तस्वीरां असीं तुहाडे तक पहुंचा रहे हैं। सो दिल्ली अमृतसर कटरा एक्सप्रैस वे जिहड़ा है उस ते फिरोजपुर दे विच पीजीआई दे सैटेलाइट सेंटर का नींह पत्थर रखा जाएगा। और कुल मिला के जेकर गल की जाए तो पूरी तस्वीर जिहड़ी है बीजेपी साफ करने की कोशिश कर रही है कि असी 2022 दे विच किस तरह दे नाल जिहड़ा है वो चुनावी मैदान दे विच उतरना है। और एक बार लगातार ग्राफिक के जरिए तुहानूं विखा पा रहे कि अज दी असी रैली जेकर वेखदे हां तां किस तरह दे नाल बीजेपी जिहड़ी है उसनूं लैंदी हुई नजर आ रही है। सो खास तौर पर प्रोजेक्टर की शुरुआत किहड़ी होएगी उस ते नजर बनी हुई है। और ग्राफिक के जरिए थोड़ा जिहा समझण की कोशिश करते कि किहड़े वड्डे प्रोजेक्ट ने जिस दे जरिए पंजाब दे विच सियासी जमीन बीजेपी लभदी नजर आ रही है। कपूरथला ते हुशियारपुर दे विच 2 नवे मैडिकल जिहड़े ने वो कॉलेज बनाए जाएंगे, उसकी शुरुआत की जाएगी, उद्घाटन होएगा। और कुल 42,750 करोड़ का जिहड़ा बजट है वो रखा गया। 10,000 सुरक्षा कर्मी जिहड़े ने वो तैनात किए गए ने और इन्हां नूं जिहड़ा पुलिस सुरक्षा के पहरे दे वांग जिहड़ा वेख्या जा रहा है, क्योंकि किसान भी जिहड़े ने वो विरोध करते हुए नजर आ रहे हैं। किसानों का गुस्सा भी किते ना किते अज वख-वख धरनियां दे विच नजर आ रहा है। और 30 एकड़ पंडाल दे विच सीसीटीवी ते ड्रोन कैमरे लगा दिते गए हैं ताकि हर पुख्ता नज़र उस पर बनाई जा सके, क्योंकि जिथे विरोध होंदा है और खास तौर पर प्रधानमंत्री की जिहड़ी सिक्योरिटी हैगी है उसनूं लैके भी पूरा पुख्ता प्रबंध किया गया ताकि किसी तरह की कोई भी घटना ना वापरे। क्योंकि अगर पिछले दिनों के जाने तो कई अजिहियां घटनावां पंजाब दे विच होईयां ने। सो 10,000 सुरक्षा कर्मी जिहड़े ने वो तैनात कर दिते गए हैं और हर तरह के नाल पुख्ता प्रबंध किया गया। हर तरह के नाल पुख्ता प्रबंध जिहड़े ने वो कर दिते गए हैं। और खास तौर पर जेकर इस रैली की गल की जाए तो एक पासे विरोध हैगा और दूसरे पासे एक हुंगारा। तो आखिरकार किस तरह के नाल अज 2022 का पहला चोण बिगल फूकिया जाएगा। सदा चलते फिरोजपुर साडे नाल पंकज कपाही ने ज्यादा गलबात दे लई। पंकज, जेकर इत्थों की मौजूदा तस्वीर हाल ही की गल करिए तो किस तरह की, क्योंकि थोड़ी देर पहला असीं अपडेट लिया सी पत्रकार तो कह रहे थे कि मौसम खराब हैगा। सब तो पहला तो मौसम का भी अपडेट चाहांगे, क्योंकि वड्डी रैली है 30 एकड़ दे विच जिहड़ा अज पंडाल सजाया गया। बिल्कुल बिल्कुल इस वेले मौसम जिहड़ा वो खराब है, बारिश जिहड़ी है वो इस वेले फिरोजपुर दे विच हो रही है और इस वजह करके कुछ इंतजाम भी लेट होए ने। और इस वेले क्योंकि प्रधानमंत्री का समागम है तो जिहड़ी रैली वाली थां है उत्थे अजे एंट्री जिहड़ी वो बंद की हुई है और एक बस दे विच मीडिया नूं लैके जाया जाएगा। थोड़ी देर च जिहड़ा सरकारी तंत्र है वो मीडिया नूं उस रैली वाली थां ते लैके जाएगा और उत्थे क्योंकि 1 बजे के करीब प्रधानमंत्री नरेंद्र मोदी होरां ने पहुंचना वै। पंजाब नूं कई सारियां सौगातां जिहड़ियां ने वो अज मिल सकदियां ने और इस रैली दे विच सिर्फ बीजेपी के लीडर नहीं बल्कि तुहानूं सुखदेव सिंह ढींडसा भी नज़र आएंगे। पहली बार होएगा कि अलायंस होने तो बाद सुखदेव सिंह ढींडसा वो स्टेज से तुहानूं नज़र आएंगे। इस दे नाल नाल कैप्टन अमरिंदर सिंह वो भी बठिंडे रुके हुए ने, वो भी थोड़ी देर च फिरोजपुर पहुंच जाएंगे। कैप्टन अमरिंदर सिंह भी प्रधानमंत्री नाल स्टेज सांझी करनगे और कैप्टन अमरिंदर सिंह भी जिहड़ा वै वो पंजाब दे लोकां नाल रूबरू होणगे। दूजे पासे मुख मंत्री जिहड़े ने वो ऑनलाइन जुड़नगे, वर्चुअल जुड़नगे, क्योंकि एक प्रोटोकॉल होंदा है अगर सूबे दे विच प्रधानमंत्री आ रहे हैं तो एक मुख्यमंत्री ने भी पहुंचना होंदा है। लेकिन मुख्यमंत्री दफ्तर दे विच 2 अधिकारी जिहड़े कोविड पॉजिटिव पाए गए ने तो इस वजह करके ऑनलाइन वर्चुअल के जरिए मुख्यमंत्री चरणजीत सिंह चन्नी इस समागम का हिस्सा जिहड़ा वै वो रहन वाले ने। और एक तस्वीर बड़ी दिलचस्प तुहानूं दिखानी चाहूँगा कि जिहड़ियां बसां
ਦੇ ਵਿੱਚ ਲਿਜਾਇਆ ਜਾ ਰਿਹਾ। ਉਹ ਬੱਸਾਂ ਦੇ ਵਿੱਚ ਤੁਹਾਨੂੰ ਸੁਖਬੀਰ ਬਾਦਲ ਦੀਆਂ ਤਸਵੀਰਾਂ ਵੀ ਜਿਹੜੀਆਂ ਨੇ ਉਹ ਨਜ਼ਰ ਆਉਣਗੀਆਂ। ਸੁਖਬੀਰ ਬਾਦਲ ਹੋਰਾਂ ਦੇ ਜਿਹੜੇ ਬੋਰਡ ਨੇ ਉਹ ਇਸ ਵੇਲੇ ਜਿਹੜੀਆਂ ਬੱਸਾਂ ਬੀਜੇਪੀ ਵੱਲੋਂ ਹਾਇਰ ਕੀਤੀਆਂ ਨੇ ਉੱਥੇ ਤੁਹਾਨੂੰ ਸੁਖਬੀਰ ਬਾਦਲ ਦੀ ਤਸਵੀਰ ਜਿਹੜੀ ਹੈ ਉਹ ਨਜ਼ਰ ਆਉਂਦੀ ਹੋਏਗੀ। ਤਾਂ ਥੋੜੀ ਦੇਰ ਵਿੱਚ ਜਦੋਂ ਇੱਥੋਂ ਲੈ ਕੇ ਜਾਇਆ ਜਾਏਗਾ ਰੈਲੀ ਵਾਲੀ ਥਾਂ ਤੇ, ਰੈਲੀ ਦੇ ਵਿੱਚ ਕਿਹੋ ਜਿਹੇ ਮਾਹੌਲ ਨੇ, ਕਿਉਂਕਿ 50,000 ਦੇ ਕਰੀਬ ਇਹ ਕਿਹਾ ਜਾ ਰਿਹਾ ਕਿ ਕੁਰਸੀਆਂ ਜਿਹੜੀਆਂ ਨੇ ਉਹ ਰੈਲੀ ਵਾਲੀ ਥਾਂ ਤੇ ਲਗਾਈਆਂ ਗਈਆਂ। 30 ਏਕੜ 'ਚ ਇਹ ਪੂਰਾ ਰੈਲੀ ਜਿਹੜੀ ਉਹ ਰੱਖੀ ਗਈ ਹੈ ਔਰ ਇਸ ਦੇ ਨਾਲ ਕਈ ਸਾਰੇ ਜਿਹੜੇ ਨੀਂਹ ਪੱਥਰ ਨੇ ਉਹ ਵੀ ਪ੍ਰਧਾਨ ਮੰਤਰੀ ਮੋਦੀ ਵੱਲੋਂ ਜਿਹੜੇ ਨੇ ਉਹ ਰੱਖੇ ਜਾਣੇ ਨੇ। ਗੁਰਜੋਤ ਜੀ ਬਿਲਕੁਲ, ਸੋ ਤਸਵੀਰ ਨਜ਼ਰ ਆ ਰਹੀ ਹੈ ਔਰ ਕਿਤੇ ਨਾ ਕਿਤੇ ਇੱਕ ਵੱਡਾ ਇੱਥੇ ਕਹਿ ਸਕਦੇ ਆ ਜਿੱਥੇ ਕਿਸਾਨਾਂ ਦੇ ਵੱਲੋਂ ਵਿਰੋਧ ਹੋ ਰਿਹਾ ਸੀ ਪੰਕਜ, ਤਾਂ ਉੱਥੇ ਬਰਸਾਤ ਵੀ ਅਸੀਂ ਵੇਖ ਪਾ ਰਹੇ ਹਾਂ ਕਿ ਕਿਵੇਂ ਪੂਰੀ ਤਰ੍ਹਾਂ ਦੇ ਨਾਲ ਪੈ ਰਹੀ ਹੈ। ਸੋ ਕਿਸ ਤਰ੍ਹਾਂ ਦੇ ਨਾਲ ਤੁਹਾਨੂੰ ਲੱਗਦਾ ਹੈ ਇਹ ਅੱਜ ਜੋ ਵੱਡੀ ਰੈਲੀ, ਇੱਕ ਵੱਡਾ ਸ਼ਕਤੀ ਪ੍ਰਦਰਸ਼ਨ ਬੀਜੇਪੀ ਕਰਨ ਜਾ ਰਹੀ ਹੈ ਤਾਂ ਮੁਕੰਮਲ ਹੋ ਪਾਏਗਾ? ਦੇਖੋ ਮੌਸਮ ਜਿਹੜਾ ਵਾ ਉਹ ਅੜਚਨ ਜ਼ਰੂਰ ਬਣ ਰਿਹਾ। ਜਿਸ ਤਰੀਕੇ ਨਾਲ ਕੱਲ ਤੋਂ ਹੀ ਮੀਂਹ ਜਿਹੜਾ ਵਾ ਉਹ ਪੰਜਾਬ ਦੇ ਅੰਦਰ ਪੈ ਰਿਹਾ ਵਾ ਔਰ ਵੱਡੀ ਗੱਲ ਇਹ ਵੀ ਹੈ ਕਿ ਜਦੋਂ ਪ੍ਰਧਾਨ ਮੰਤਰੀ ਨੇ ਚੋਪਰ ਦੇ ਜ਼ਰੀਏ ਆਣਾ ਹੈ, ਉਹ ਅਗਰ ਮੀਂਹ ਰੁਕਦਾ ਹੈ ਤਾਂ ਉਹ ਪਹੁੰਚ ਪਾਣਗੇ। ਅਗਰ ਮੀਂਹ ਇਸੇ ਤਰੀਕੇ ਨਾਲ ਪੈਂਦਾ ਰਿਹਾ, ਅਗਰ ਵੈਦਰ ਇਸੇ ਤਰੀਕੇ ਨਾਲ ਖਰਾਬ ਰਿਹਾ ਤਾਂ ਕੀ ਦੇਰੀ ਹੋਏਗੀ, ਕਿਸ ਤਰੀਕੇ ਦੇ ਹਾਲਾਤ ਬਣਨਗੇ, ਇਹ ਵੀ ਕਾਫੀ ਅਹਿਮ ਹੈ। ਲੇਕਿਨ ਦਿਲਚਸਪ ਤਸਵੀਰ ਜ਼ਰੂਰ ਇਹ ਹੈ ਕਿ ਅਕਾਲੀ ਦਲ ਨਾਲ ਅਲਾਈਅੰਸ ਟੁੱਟਿਆ ਹੋਇਆ। ਅਕਾਲੀ ਦਲ ਇਸ ਵੇਲੇ ਬੀਜੇਪੀ ਦਾ ਸਾਥੀ ਨਹੀਂ ਹੈ, ਲੇਕਿਨ ਜਿਹੜੀਆਂ ਬੱਸਾਂ ਜਾਣੀਆਂ ਉਹਨਾਂ ਦੇ ਵਿੱਚ ਤੁਹਾਨੂੰ ਤਸਵੀਰਾਂ ਜਿਹੜੀਆਂ ਨੇ ਸੁਖਬੀਰ ਬਾਦਲ ਦੀ ਤਸਵੀਰ ਜਿਹੜੀ ਉਹ ਨਜ਼ਰ ਆਏਗੀ। ਫਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਵੀ ਨੇ ਔਰ ਇਸ ਬੱਸ ਦੇ ਵਿੱਚ ਪ੍ਰੈਸ 2 ਲਿਖਿਆ ਹੋਇਆ। ਇਸ ਬੱਸ ਦੇ ਵਿੱਚ ਜਿਹੜਾ ਵਾ ਉਹ ਲੈ ਕੇ ਜਾਇਆ ਜਾਣਾ ਵਾ, ਲੇਕਿਨ ਉਸ ਤੋਂ ਪਹਿਲਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਨਿਊਜ਼ 18 ਦਰਸ਼ਕਾਂ ਦੇ ਨਾਲ ਸਾਂਝੀਆਂ ਕਰ ਰਿਹਾ ਜੀ। ਬਿਲਕੁਲ, ਸੋ ਅਸੀਂ ਵੇਖ ਪਾ ਰਹੇ ਹਾਂ ਕਿਸ ਤਰ੍ਹਾਂ ਦੇ ਨਾਲ ਇੱਕ ਵੱਡਾ ਬੈਨਰ ਜਿਹੜਾ ਸੁਖਬੀਰ ਬਾਦਲ ਹੋਰਾਂ ਦਾ ਲੱਗਿਆ ਹੋਇਆ ਉਸ ਬੱਸ ਦੇ ਵਿੱਚ ਜਿਹੜਾ ਜਾਇਆ ਜਾਵੇਗਾ। ਇਸ ਤੋਂ ਇਲਾਵਾ ਕੀ ਕੁਝ ਖਾਸ ਰੈਲੀ ਨੂੰ ਵੇਖ ਸਕਦੇ ਆ, ਉਦਘਾਟਨ ਵੀ ਹੋਣੇ ਆ ਪੰਕਜ, ਤੇ ਖਾਸ ਤੌਰ ਤੇ ਇੱਕ ਵੱਡਾ ਐਲਾਨ ਵੀ ਕਿਹਾ ਜਾ ਰਿਹਾ ਕਿ ਹੋ ਸਕਦਾ ਹੈ ਪੰਜਾਬ ਦੇ ਲਈ, ਉਸ ਨੂੰ ਕਿਵੇਂ ਵੇਖ ਪਾ ਰਹੇ ਹਾਂ ਅਸੀਂ? ਬਿਲਕੁਲ, ਜਦੋਂ ਸੁਖਦੇਵ ਸਿੰਘ ਢੀਂਡਸਾ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਜਿਹੜੇ ਸਿੱਖ ਕੈਦੀ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਉਸ ਨੂੰ ਰਿਹਾ ਕੀਤਾ ਜਾਵੇ, ਇਹ ਮੰਗ ਸਾਹਮਣੇ ਰੱਖ ਰਹੇ ਹੈ। ਕਿਸਾਨ ਕਰਜ਼ ਮਾਫੀ ਦਾ ਮੁੱਦਾ ਲਗਾਤਾਰ ਸੁਖਦੇਵ ਢੀਂਡਸਾ ਵੱਲੋਂ ਰੱਖਿਆ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਵੀ ਕੋਈ ਮੰਗ ਪ੍ਰਧਾਨ ਮੰਤਰੀ ਦੇ ਸਾਹਮਣੇ ਪੰਜਾਬ ਦੇ ਲਈ ਰੱਖ ਸਕਦੇ ਆ, ਤਾਂ ਫਿਰ ਨਜ਼ਰਾਂ ਪ੍ਰਧਾਨ ਮੰਤਰੀ ਦੀ ਉਸ ਸਪੀਚ ਤੇ ਵੀ ਰਹਿਣ ਵਾਲੀਆਂ ਨੇ ਕਿ ਪ੍ਰਧਾਨ ਮੰਤਰੀ ਕਿਸ ਤਰੀਕੇ ਦੇ ਨਾਲ ਸੰਬੋਧਿਤ ਕਰਦੇ ਆ, ਪ੍ਰਧਾਨ ਮੰਤਰੀ ਕਿਹੜੇ ਕੁਝ ਐਲਾਨ ਕਰਦੇ ਨੇ। ਕਿਉਂਕਿ ਚੰਡੀਗੜ੍ਹ ਦੇ ਵਿੱਚ ਇਸ ਵੇਲੇ ਮੁੱਖ ਮੰਤਰੀ ਬੈਠ ਕੇ ਵਰਚੁਅਲ ਆਨਲਾਈਨ ਇਸ ਰੈਲੀ ਦਾ ਹਿੱਸਾ ਬਣਨਗੇ, ਲੇਕਿਨ ਜਿਹੜੇ ਪੰਜਾਬ ਦੇ ਜਿਹੜੇ ਬਾਕੀ ਲੀਡਰ ਨੇ ਜਿਸ ਤਰੀਕੇ ਨਾਲ ਬੀਜੇਪੀ ਨੂੰ ਇੱਕ ਜ਼ਰੂਰ ਵੱਡਾ ਹੁੰਗਾਰਾ ਜਿਹੜਾ ਵਾ ਇਸ ਰੈਲੀ ਦੇ ਜ਼ਰੀਏ ਦੇਖਣ ਨੂੰ ਮਿਲੇਗਾ। ਕਿਉਂਕਿ ਪੰਜਾਬ 'ਚ ਚੁਣਾਵੀ ਬਿਗੁਲ ਵੱਜ ਚੁੱਕਿਆ, ਕਿਸੇ ਵੇਲੇ ਵੀ ਚੋਣ ਜਾਬਤਾ ਲੱਗ ਸਕਦਾ, ਲੇਕਿਨ ਉਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਰੈਲੀ ਬਹੁਤ ਵੱਡੀ ਔਰ ਬਹੁਤ ਉਤਸ਼ਾਹ ਦੇ ਨਾਲ ਇਹ ਰੈਲੀ ਜਿਹੜੀ ਹੈ ਉਹ ਬੀਜੇਪੀ ਦੇ ਲੀਡਰ ਇਸ ਵੇਲੇ ਇੱਥੇ ਫਿਰੋਜ਼ਪੁਰ ਦੇ ਵਿੱਚ ਪਹੁੰਚੇ ਹੋਏ ਨੇ ਔਰ ਭਾਰੇ ਸੁਰੱਖਿਆ ਇੰਤਜ਼ਾਮ ਨੇ, ਥਾਂ ਤੇ ਨਾਕੇਬੰਦੀ ਕੀਤੀ ਹੋਈ ਹੈ ਕਿਉਂਕਿ ਕਿਸਾਨ ਵੀ ਵਿਰੋਧ ਕਰ ਰਹੇ ਨੇ। ਕਿਸਾਨ ਕਈ ਥਾਵਾਂ ਤੇ ਧਰਨਾ ਲਗਾ ਕੇ ਬੈਠੇ ਹੋਏ ਨੇ। ਇੱਥੋਂ ਤੱਕ ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਦੇ ਪੁਤਲੇ ਵੀ ਜਿਹੜੇ ਨੇ ਉਹ ਫੂਕੇ ਜਾਣਗੇ। ਤਾਂ ਇਹ ਤਸਵੀਰ ਵੀ ਜਿਹੜੀ ਹੈ ਉਹ ਨਜ਼ਰ ਆਏਗੀ। ਤਾਂ ਵੱਖ-ਵੱਖ ਰੈਲੀ ਦੇ ਦੌਰਾਨ ਕੀ ਕੁਝ ਹਲਚਲ ਹੁੰਦੀ ਹੈ, ਨਿਊਜ਼ 18 ਇੱਕ ਤਸਵੀਰ, ਇੱਕ ਅਪਡੇਟ ਜਿਹੜੇ ਘਰ ਦਰਸ਼ਕ ਬੈਠ ਕੇ ਟੀਵੀ ਦੇਖ ਰਹੇ ਨੇ ਉਹਨਾਂ ਤੱਕ ਪਹੁੰਚਾਉਂਦਾ ਰਹੇਗਾ। ਗੁਰਜੋਤ ਬਿਲਕੁਲ ਠੀਕ ਹੈ ਪੰਕਜ, ਫਿਲਹਾਲ ਸ਼ੁਕਰੀਆ ਬਹੁਤ-ਬਹੁਤ तमाम ਜਾਣਕਾਰੀ ਦੇ ਲਈ, ਧੰਨਵਾਦ ਹੈ ਔਰ ਤਸਵੀਰਾਂ ਵਿਖਾਉਣ ਦੇ ਲਈ। ਸੋ ਕੁੱਲ ਮਿਲਾ ਕੇ ਮੌਸਮ ਜਿਹੜਾ ਹੈ ਉਤੇ ਕਿਤੇ ਨਾ ਕਿਤੇ ਆਪਣਾ ਅੜਚਨ ਪਾਉਂਦਾ ਹੋਇਆ ਵੀ ਨਜ਼ਰ ਆ ਰਿਹਾ, ਪਰ ਕੋਸ਼ਿਸ਼ ਰਹੇਗੀ ਕਿ ਕਿਸ ਤਰ੍ਹਾਂ ਦੇ ਨਾਲ ਇਸ ਨੂੰ ਮੁਕੰਮਲ ਜਿਹੜਾ ਹੈ ਉਹ ਕੀਤਾ ਜਾਵੇ, ਕਿਉਂਕਿ ਇੱਕ ਵੱਡੀ ਰੈਲੀ ਬੀਜੇਪੀ ਦੇ ਲਈ ਕਹਿ ਸਕਦੇ ਹਾਂ ਔਰ ਖਾਸ ਤੌਰ ਤੇ ਇੱਕ ਹੁੰਗਾਰਾ ਜਿਹੜਾ ਹੈ ਉਹ ਕਿਵੇਂ ਲੋਕਾਂ ਦਾ ਮਿਲਦਾ ਉਹ ਵੀ ਵੇਖਣ ਵਾਲੀ ਗੱਲ ਹੋਏਗੀ। ਪਰ ਉੱਥੇ ਹੀ ਇੱਕ ਵੱਡਾ ਐਲਾਨ ਦੀ ਵੀ ਉਮੀਦ ਕੀਤੀ ਜਾ ਰਹੀ ਹੈ ਔਰ ਲਗਾਤਾਰ ਪੁਖਤਾ ਪ੍ਰਬੰਧ ਨੇ, ਪਰ ਫਿਲਹਾਲ ਜਿਹੜਾ ਮੌਸਮ ਹੈ ਉਹ ਖਰਾਬ ਹੈ ਅਤੇ ਕਿਸ ਤਰ੍ਹਾਂ ਦੇ ਨਾਲ ਬਠਿੰਡਾ ਤੋਂ ਸਿੱਧਾ ਫਿਰੋਜ਼ਪੁਰ ਜਾਂਦੇ ਨੇ ਪੀਐਮ ਨਰਿੰਦਰ ਮੋਦੀ ਵੀ ਵੇਖਣ ਵਾਲੀ ਗੱਲ ਹੋਏਗੀ, ਕਿਉਂਕਿ ਇਹ ਸਭ ਮੌਸਮ ਤੇ ਡਿਪੈਂਡ ਕਰ ਰਿਹਾ ਕਿ ਸਿੱਧਾ ਬਾਏ 에ਅਰ ਜਾਇਆ ਜਾਵੇਗਾ ਜਾਂ ਫਿਰ ਸੜਕ ਦੇ ਜ਼ਰੀਏ ਜਿਹੜਾ ਹੈ ਉਹ ਫਿਰੋਜ਼ਪੁਰ ਪਹੁੰਚਣਗੇ। ਔਰ ਖਾਸ ਤੌਰ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਲਗਾਤਾਰ ਅਪਡੇਟ ਜਿਹੜੀ ਆ ਉਹ ਲੈ ਰਹੇ ਹਾਂ ਤੇ ਕੁਝ ਖਾਸ ਨਜ਼ਰ ਜ਼ਰੂਰ ਚੱਲਾਂਗੇ, ਪਰ ਫਿਲਹਾਲ ਸ਼ਮੂਲੀਅਤ ਜਿਹੜੀ ਹੈ ਉਹ ਕਿਸ ਤਰ੍ਹਾਂ ਦੇ ਨਾਲ ਪੀਐਮ ਨਰਿੰਦਰ ਮੋਦੀ ਕਰਨਗੇ ਉਹ ਵੇਖਣ ਵਾਲੀ ਗੱਲ ਹੈ। ਉਧਰ ਪੀਐਮ ਦੀ ਰੈਲੀ ਤੋਂ ਪਹਿਲਾਂ ਸੀਐਮ ਚੰਨੀ ਨੇ ਕਿਸਾਨ ਕਰਜ਼ ਮਾਫੀ ਦਾ ਮੁੱਦਾ ਚੁੱਕਿਆ ਤੇ ਸਾਂਝੇ ਤੌਰ ਤੇ ਕਰਜ਼ ਮਾਫੀ ਕਰਨ ਦੀ ਵੀ ਅਪੀਲ ਕੀਤੀ। ਤਾਂ ਉਧਰ ਸਾਬਕਾ ਸੀਐਮ ਪ੍ਰਕਾਸ਼ ਸਿੰਘ ਬਾਦਲ ਨੇ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਅਪੀਲ ਕੀਤੀ ਹੈ। ਮੋਦੀ ਸਾਹਿਬ ਪੰਜਾਬ ਦੇ ਵਿੱਚ ਆ ਰਹੇ, ਅਸੀਂ ਸਾਰੇ ਕੈਬਨਿਟ ਵੱਲੋਂ ਉਹਨਾਂ ਦਾ ਵੈਲਕਮ ਕਰਦੇ ਹਾਂ। ਕੱਲ ਨੂੰ ਸਾਡੇ ਮੰਤਰੀ ਵੀ ਉਹਨਾਂ ਨੂੰ ਵੈਲਕਮ ਕਰਨ ਜਾ ਰਹੇ। ਮੈਂ ਵੀ ਜਾਣਾ ਸੀ, ਲੇਕਿਨ ਮੇਰੇ ਦਫ਼ਤਰ ਦੇ ਵਿੱਚ 2 ਬੰਦਿਆਂ ਨੂੰ ਕੋਵਿਡ ਆ ਗਿਆ ਹੈ
ਇਸ ਕਰਕੇ ਮੈਂ ਉਹਨਾਂ ਨੂੰ BC ਤੇ ਜੁਆਇਨ ਕਰਾਂਗਾ। ਹਿਮਾਚਲ ਦੇ ਤੇ ਹਰਿਆਣੇ ਦੇ CM ਵੀ BC ਤੇ ਉੱਤੇ ਜੁਆਇਨ ਕਰ ਰਹੇ ਹਨ। ਸਾਡੇ ਮੰਤਰੀ ਸਾਹਿਬਾਨ ਤੇ ਡਿਪਟੀ CM ਸਾਹਿਬ ਉਹਨਾਂ ਨੂੰ ਸਵਾਗਤ ਕਰਨ ਵਾਸਤੇ ਮਨਪ੍ਰੀਤ ਜੀ ਬਠਿੰਡੇ ਤੋਂ ਪਹੁੰਚ ਰਹੇ ਹਨ ਤੇ ਡਿਪਟੀ CM ਸਾਹਿਬ ਤੇ ਉੱਥੇ ਦੇ MLA ਪਿੰਕੀ ਜੀ ਇਹ ਫਿਰੋਜ਼ਪੁਰ ਪਹੁੰਚ ਰਹੇ ਹਨ। ਅਸੀਂ ਉਹਨਾਂ ਨੂੰ ਉੱਥੇ ਸਵਾਗਤ ਕਰਾਂਗੇ ਤੇ ਸਵਾਗਤ ਵੀ ਕਰਦੇ ਹਾਂ। ਨਾਲ ਮੈਂ ਉਹਨਾਂ ਨੂੰ ਚਿੱਠੀ ਲਿਖੀ ਹੈ, ਜਿਹੜਾ ਕਿਸਾਨਾਂ ਦਾ ਕਰਜ਼ਾ ਹੈ ਉਹ ਸਾਂਝੇ ਤੌਰ ਤੇ ਤਾਰਿਆ ਜਾਵੇ, ਉਸ ਦਾ ਐਲਾਨ ਕੀਤਾ ਜਾਵੇ। ਇਹ ਮੈਂ ਉਹਨਾਂ ਨੂੰ ਚਿੱਠੀ ਲਿਖੀ ਹੈ। ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ, ਇਹ ਚਿੱਠੀ ਲਿਖੀ ਹੈ। ਹਿਮਾਚਲ ਦੇ ਪੈਟਰਨ ਤੇ ਪੰਜਾਬ ਨੂੰ ਵੀ ਇੰਡਸਟਰੀ ਦੀਆਂ ਰਾਹਤਾਂ ਦਿੱਤੀਆਂ ਜਾਣ, ਇਹ ਉਹਨਾਂ ਨੂੰ ਚਿੱਠੀ ਲਿਖੀ ਹੈ। ਤੇ ਪੰਜਾਬ ਦੇ ਖੇਤ ਮਜ਼ਦੂਰ ਕਿਸਾਨਾਂ ਵਾਸਤੇ ਤੇ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਸਪੈਸ਼ਲ ਪੈਕੇਜ ਅਨਾਉਂਸ ਕੀਤਾ ਜਾਵੇ, ਇਹ ਅਸੀਂ ਉਹਨਾਂ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਹੈ। ਪਰਸਨਲੀ ਵੀ ਮੈਂ ਮਿਲ ਕੇ ਕੀਤੀ ਹੈ ਤੇ ਕੱਲ੍ਹ ਨੂੰ ਆ ਰਹੇ ਹੈ। ਉਮੀਦ ਹੈ ਕਿ ਪੰਜਾਬ ਨੂੰ ਵੱਡਾ ਪੈਕੇਜ ਦੇ ਕੇ ਜਾਣਗੇ, ਜਿਸ ਤਰੀਕੇ ਦੀਆਂ ਸਾਡੀ ਵਾਰਤਾਲਾਪ ਉਹਨਾਂ ਨਾਲ ਚੱਲ ਰਹੀ ਹੈ। ਤੇ ਬਾਕੀ ਤਾਂ ਕੱਲ੍ਹ ਨੂੰ ਐਲਾਨ ਹੋਣ ਤੇ ਪਤਾ ਇਹਨਾਂ ਨੂੰ ਬੇਨਤੀ ਹੈ ਕਿ ਜਿਹੜੀਆਂ ਪੰਜਾਬ ਨਾਲ ਬੇਇਨਸਾਫੀਆਂ ਹੋਈਆਂ, ਜਿਵੇਂ ਚੰਡੀਗੜ੍ਹ ਹੈ ਰਾਜਧਾਨੀ ਹੈ, ਜਿਵੇਂ ਹਰਿਮੰਦਰ ਸਾਹਿਬ ਤੇ ਹਮਲਾ ਹੋਇਆ, ਇਹਦੀ ਤਹਿ ਤੱਕ ਪਹੁੰਚਣਾ, ਪੰਜਾਬੀ ਬੋਲਦੇ ਇਲਾਕੇ ਦੇਣਾ ਜਾਂ ਪੰਜਾਬ ਨਾਲ ਪਾਣੀਆਂ ਦਾ ਧੱਕਾ ਨੂੰ ਹੱਲ ਕਰਨਾ, ਇਹ ਸਾਰੇ ਮਸਲੇ ਹੱਲ ਕਰਨ ਬਨਿਸਬਤ ਕਿ ਇਹ ਤਾਂ ਰੇਲ ਗੱਡੀਆਂ ਤੇ ਸੜਕਾਂ ਤਾਂ ਸਾਨੂੰ ਮਿਲਣੀਆਂ ਹੀ ਤੇ ਕੱਲ ਤੋਂ ਬਾਅਦ ਫਿਰ ਇਹ ਕੰਮ ਹੀ ਨਹੀਂ ਹੋਣਾ, ਕੋਡ ਲੱਗ ਜਾਣਾ। ਇਹ ਹੁਣ ਤਾਂ ਭਾਵੇਂ ਜਿੰਨੇ ਮਰਜ਼ੀ ਐਲਾਨ ਕਰੀ ਜਾਓ, ਮੈਂ ਉਹਨਾਂ ਨੂੰ ਵੈਲਕਮ ਵੀ ਕਰਦਾ, ਸਤਿਕਾਰ ਵੀ ਕਰਦਾ, ਉਹ ਮੇਰਾ ਵੀ ਸਤਿਕਾਰ ਕਰਦੇ ਹੈ। ਤਾਂ ਉਧਰ ਕਾਂਗਰਸ ਸੰਸਦ ਮਨੀਸ਼ ਤਿਵਾੜੀ ਨੇ ਵੀ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੌਰੇ ਦੇ ਦੌਰਾਨ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਭਾਰਤ ਰਤਨ ਦੇਣ ਦਾ ਐਲਾਨ ਕੀਤਾ ਜਾਵੇ ਤੇ 에ਅਰਪੋਰਟ ਚੰਡੀਗੜ੍ਹ 에ਅਰਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰੱਖਿਆ ਜਾਵੇ। ਸੋ ਇੱਕ ਵਾਰ ਤੁਹਾਨੂੰ ਟਵੀਟ ਜਿਹੜਾ ਭਰਾ ਦਿੰਦੇ 26 ਜਨਵਰੀ 2022 ਨੂੰ ਆ ਰਹੀ ਹੈ ਤੇ ਤੁਸੀਂ ਅੱਜ ਵੀ ਫਿਰੋਜ਼ਪੁਰ ਪੰਜਾਬ ਦੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ, ਸ਼ਿਵਰਾਮ ਰਾਜਗੁਰੂ ਔਰ ਇਸ ਤੋਂ ਇਲਾਵਾ ਖਾਸ ਤੌਰ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਨਾਂ ਤੇ ਉਹਨਾਂ ਨੂੰ ਜਿਹੜਾ ਉਹ ਐਲਾਨ ਉਮੀਦ ਕੀਤੀ ਗਈ ਹੈ ਔਰ ਮੰਗ ਕੀਤੀ ਗਈ ਹੈ ਕਿ ਉਹਨਾਂ ਨੂੰ ਭਾਰਤ ਰਤਨ ਦਾ ਐਲਾਨ ਕੀਤਾ ਜਾਵੇ ਤੇ ਚੰਡੀਗੜ੍ਹ 에ਅਰਪੋਰਟ ਦਾ ਨਾਂ ਜਿਹੜਾ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰੱਖਿਆ ਜਾਵੇ। 26 ਜਨਵਰੀ 2022 ਆ ਰਹੀ ਹੈ ਤੇ ਤੁਸੀਂ ਵੀ ਅੱਜ ਫਿਰੋਜ਼ਪੁਰ ਪੰਜਾਬ ਆ ਰਹੇ ਹੋ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ, ਸ਼ਿਵਰਾਮ ਰਾਜਗੁਰੂ ਤੇ ਸੁਖਦੇਵ ਥਾਪਰ ਨੂੰ ਭਾਰਤ ਰਤਨ ਦਾ ਐਲਾਨ ਕਰੋ। ਸੋ ਇਹ ਮੰਗ ਕਰਦੇ ਹੋਏ ਨਜ਼ਰ ਆਏ ਨੇ ਔਰ ਚੰਡੀਗੜ੍ਹ 에ਅਰਪੋਰਟ ਦਾ ਨਾਮ ਬਦਲ ਕੇ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에ਅਰਪੋਰਟ ਮੋਹਾਲੀ ਚੰਡੀਗੜ੍ਹ ਕੀਤਾ ਜਾਵੇ। ਸੋ ਇਹ ਮੰਗ ਮਨੀਸ਼ ਤਿਵਾੜੀ ਹੋਰਾਂ ਨੇ ਕੀਤੀ ਹੈ ਔਰ ਵੇਖਣਾ ਹੋਏਗਾ ਕਿ ਆਖਰਕਾਰ ਇਹਨਾਂ ਮੰਗਾਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਤਸਵੀਰ ਜਿਹੜੀ ਹੈ ਉਹ ਨਜ਼ਰ ਆਏਗੀ। ਸੋ ਇੱਕ ਵੱਡੀ ਰੈਲੀ ਪੰਜਾਬ BJP ਦੀ ਕਹਿ ਸਕਦੇ ਹਾਂ, ਪੰਜਾਬ BJP ਦੇ ਲਈ ਕਹਿ ਸਕਦੇ ਹਾਂ। ਸੋ ਦੱਸ ਦਈਏ ਕਿ ਲਗਾਤਾਰ ਜਿਹੜੀ ਪੁਖਤਾ ਨਜ਼ਰ ਬਣੀ ਹੋਈ ਹੈ ਕਿ ਕਿਸ ਤਰ੍ਹਾਂ ਦੇ ਨਾਲ ਅੱਜ ਰੈਲੀ ਰਹਿਣ ਵਾਲੀ ਹੈ, ਕਿਉਂਕਿ ਜਿੱਥੇ ਸੁਰੱਖਿਆ ਦਾ ਲਿਹਾਜ਼ ਦੇ ਨਾਲ ਪੂਰਾ ਪ੍ਰਬੰਧ ਕੀਤਾ ਗਿਆ, ਵੱਡੀ ਤਾਦਾਦ ਦੇ ਵਿੱਚ ਮੁਲਾਜ਼ਮ ਜਿਹੜੇ ਨੇ ਲਗਾ ਦਿੱਤੇ ਗਏ ਨੇ, ਤਾਂ ਉੱਥੇ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਆਖਿਰਕਾਰ ਕਿਵੇਂ ਦੀ ਜਿਹੜੀ ਹੈ ਉਹ ਤਸਵੀਰ ਨਜ਼ਰ ਆਏਗੀ, ਕਿਉਂਕਿ ਮੌਸਮ ਜਿਹੜਾ ਕਿਤੇ ਨਾ ਕਿਤੇ ਕਾਫੀ ਜ਼ਿਆਦਾ ਅੜਚਨ ਪਾਉਂਦਾ ਹੋਇਆ ਨਜ਼ਰ ਆ ਰਿਹਾ। ਤੇ ਥੋੜੀ ਦੇਰ ਦੇ ਵਿੱਚ ਬਠਿੰਡਾ ਤੋਂ ਬਾਅਦ ਫਿਰੋਜ਼ਪੁਰ ਪਹੁੰਚਣਾ ਹੈ PM ਨਰਿੰਦਰ ਮੋਦੀ ਹੋਰਾਂ ਨੇ ਔਰ ਲਗਾਤਾਰ ਤਿੱਖੀ ਨਜ਼ਰ ਬਣੀ ਹੋਈ ਹੈ ਕਿ ਕਿਸ ਤਰ੍ਹਾਂ ਦੇ ਨਾਲ ਪੁਖਤਾ ਪ੍ਰਬੰਧ ਨੇ ਔਰ ਕੀ ਕੁਝ ਰੈਲੀ ਦੇ ਵਿੱਚ ਨਜ਼ਰ ਆਏਗਾ। ਇੱਕ ਛੋਟੇ ਜਿਹੇ ਬ੍ਰੇਕ ਤੇ ਜਾਣੇ ਆ ਔਰ ਜਲਦੀ ਹੀ ਵਾਪਸ ਆਵਾਂਗੇ।